ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ YouTube ਚੈਨਲ। ਜਿਵੇਂ ਕਿ ਤੁਹਾਨੂੰ ਪਤਾ ਵਾ, ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਗਜ਼ਾਮ ਚੱਲ ਰਹੇ ਨੇ ਬੀਐਡ ਸੈਕਿੰਡ ਸੈਮ ਦੇ, ਜਿਹਦੇ ਵਿੱਚ ਸਾਡੇ 2 ਐਗਜ਼ਾਮ ਕੰਪਲੀਟ ਹੋ ਚੁੱਕੇ ਨੇ, ਇੱਕ ਅੰਡਰਸਟੈਂਡਿੰਗ ਦਾ ਤੇ ਅਸੈਸਮੈਂਟ ਦਾ। ਤੇ ਅਸੈਸਮੈਂਟ ਦਾ ਕੁਐਸਚਨ ਪੇਪਰ ਵੇਖ ਕੇ ਪਤਾ ਲੱਗ ਗਿਆ ਕਿ ਹਾਂ, ਪੇਪਰ ਜਿਹੜੇ ਆਉਂਦੇ ਆ ਪ੍ਰੈਕਟੀਕਲ ਬੇਸਡ ਪੇਪਰ ਆਉਂਦੇ ਆ। ਕੋਈ ਉਹਨਾਂ ਨੇ ਫੀਡਬੈਕ ਤੁਹਾਨੂੰ ਨਹੀਂ ਪੁੱਛਿਆ, ਕੋਈ ਤੁਹਾਨੂੰ ਸੌਖੀ ਚੀਜ਼ਾਂ ਨਹੀਂ ਪੁੱਛਿਆ। ਉਹਨਾਂ ਨੇ ਸਿੱਧਾ ਤੁਹਾਨੂੰ ਰਿਪੋਰਟ ਕਾਰਡ ਬਣਾਉਣ ਵਾਸਤੇ ਕਿਹਾ ਵਾ। ਰੇਟਿੰਗ ਸਕੇਲ ਵੀ ਪੁੱਛੇ, ਤਾਂ ਰੇਟਿੰਗ ਸਕੇਲ ਵਾਸਤੇ ਉਹਨਾਂ ਨੇ ਇੱਕ ਪਰਟੀਕੁਲਰਲੀ ਤੁਹਾਨੂੰ ਟੈਂਪਲੇਟ ਬਣਾਉਣ ਵਾਸਤੇ ਕਿਹਾ ਸੀ। ਤੇ ਹੁਣ ਮੰਨ ਲਓ ਕਿ ਅਗਲੇ ਜਿਹੜੇ ਵੀ ਐਗਜ਼ਾਮ ਹੈਗੇ ਆ, ਉਹਦੇ ਵਿੱਚ ਸਾਨੂੰ ਪ੍ਰੈਕਟੀਕਲ ਚੀਜ਼ਾਂ ਪੁੱਛੀ ਜਾ ਸਕਦੀਆਂ। ਤੇ ਉਸ ਤੋਂ ਰਿਲੇਟਿਡ ਅੱਜ ਸਾਨੂੰ ਪਤਾ ਵਾ ਸਾਡਾ ਸੈਟਰਡੇ ਨੂੰ ਐਗਜ਼ਾਮ ਹੈਗਾ ਵਾ, ਪੈਡਾਗੋਜੀ ਆਫ ਮੈਥਮੈਟਿਕ। ਤੇ ਅੱਜ ਆਪਾਂ ਉਹਦੇ ਬਾਰੇ ਹੀ ਗੱਲ ਕਰਾਂਗੇ। ਉਹਦਾ ਸੈਕਸ਼ਨ ਜਿਹੜਾ ਸੀ ਹੈਗਾ ਵਾ, ਅੱਜ ਆਪਾਂ ਉਹਦੇ ਟੌਪਿਕ ਖਤਮ ਕਰਾਂਗੇ, ਕਿਉਂਕਿ ਆਪਾਂ ਪਹਿਲਾ ਸੈਕਸ਼ਨ ਤੇ ਦੂਜਾ ਸੈਕਸ਼ਨ ਸਾਰੇ ਬੱਚਿਆਂ ਨੂੰ ਸੌਖਾ ਲੱਗਾ ਹੋਣਾ। ਤੀਜੇ ਦਾ ਵੀ ਜਿਹੜਾ ਆਹ ਵਾਲਾ ਪਾਰਟ ਆ, ਕਿਉਂਕਿ ਆ ਕਦੀ ਨਹੀਂ ਪੜ੍ਹਿਆ ਹੋਣਾ, ਤੁਸੀਂ ਮਾਈਕਰੋ ਟੀਚਿੰਗ ਨਾਲ ਪਹਿਲਾਂ ਪੜ੍ਹਿਆ ਹੋਣਾ। ਤੇ ਜਿਹੜਾ ਇਹਦਾ ਲਾਸਟ ਵਾਲਾ ਪਾਰਟ ਆ, ਉਹ ਮੈਂ ਤੁਹਾਡੇ ਵਾਸਤੇ ਪ੍ਰੋਪਰ ਨੋਟਸ ਲੈ ਕੇ ਆਵਾਂਗਾ। ਠੀਕ ਹੈ, ਪਹਿਲੇ ਦੂਜੇ ਵਾਸਤੇ ਭਾਵੇਂ ਨਾ ਲੈ ਕੇ ਆਵਾਂ, ਕਿਉਂਕਿ ਉਹ ਕਾਫੀ ਜ਼ਿਆਦਾ ਆਸਾਨ ਪਾਰਟ ਆ। ਤੁਸੀਂ ਉਹਨੂੰ ਇੱਕ ਫਾਰਮੇਟਿਵ ਅਸੈਸਮੈਂਟ ਉਹਨੂੰ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਸੀ। ਠੀਕ ਹੈ ਜੀ। ਤੇ ਪਹਿਲਾ ਪਾਰਟ ਵੀ ਆਸਾਨ ਜਿਹਾ ਹੀ ਹੈ। ਠੀਕ ਹੈ, ਤੇ ਇਸ ਕਰਕੇ ਆਪਾਂ ਔਖੇ ਟੌਪਿਕ ਕਰਾਂਗੇ, ਨਾ ਕਿ ਆਸਾਨ। ਠੀਕ ਹੈ, ਤੇ ਅੱਜ ਆਪਾਂ ਗੱਲ ਕਰਾਂਗੇ ਮਾਈਕਰੋ ਟੀਚਿੰਗ ਬਾਰੇ। ਕਿਸੇ ਬੱਚੇ ਨੇ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੁਣੀ ਹੋਣੀ, ਜਿਹੜੇ ਸੈਕਿੰਡ ਸੈਮ ਦੇ ਸਟੂਡੈਂਟਸ ਨੇ। ਠੀਕ ਹੈ, ਤੇ ਮਾਈਕਰੋ ਟੀਚਿੰਗ ਦਾ ਮੀਨਿੰਗ ਪੜਾਂਗੇ, ਕਨਸੈਪਟ ਪੜਾਂਗੇ, ਤੇ ਜਿਹੜੇ ਇੰਪੋਰਟੈਂਟ ਜਿਹੜੀ ਸਾਡੀ ਚੀਜ਼ਾਂ ਹੈਗੀ ਸਟੈਪਸ ਪੜਾਂਗੇ। ਮੈਂ ਤੁਹਾਨੂੰ 100% ਚਲੋ ਹੁਣ ਕੋਈ ਸ਼ੋਰਟੀ ਬੱਚੀ ਨਹੀਂ ਹੈਗੀ, ਜਿਵੇਂ ਕਿ ਲਾਸਟ ਪੇਪਰ 'ਚ ਜਿਵੇਂ ਆਪਾਂ ਸੋਚਦੇ ਕਿ ਫੀਡਬੈਕ ਆ ਹੀ ਸਕਦਾ ਵਾ, ਪਰ ਇਸ ਕਰਕੇ 100% ਕੋਈ ਸ਼ੋਰਟੀ ਨਹੀਂ ਬੱਚੀ। ਹਾਂ, ਇਹਨਾਂ ਜ਼ਰੂਰ ਦੱਸ ਦਿੰਦਾ ਵਾ ਕਿ 90% ਚਾਂਸ ਆ ਮਾਈਕਰੋ ਟੀਚਿੰਗ ਦੇ ਜਿਹੜੇ ਸਟੈਪਸ ਹੈਗੇ ਨਾ, ਉਹ ਸਾਨੂੰ ਪੁੱਛੇ ਜਾ ਸਕਦੇ ਆ। ਠੀਕ ਹੈ ਜੀ, ਅੱਜ ਦਾ ਆਪਾਂ ਕਰਦੇ ਹਾਂ ਆਪਣਾ ਲੈਕਚਰ ਸਟਾਰਟ। ਠੀਕ ਹੈ ਜੀ, ਜਿਹੜੇ ਬੱਚੇ ਵੀਡੀਓ ਵੇਖਦੇ ਨੇ ਪਲੀਜ਼ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਕਾਫੀ ਜ਼ਿਆਦਾ ਵਧੀਆ ਕਮੈਂਟ ਪੜ੍ਹ ਕੇ ਕਾਫੀ ਜ਼ਿਆਦਾ ਵਧੀਆ ਮੋਟੀਵੇਸ਼ਨ ਮਿਲਦਾ ਵਾ। ਠੀਕ ਹੈ, ਬੱਚੇ ਕਹਿੰਦੇ ਪਏ ਸਰ ਮੈਥ ਦੀ ਵੀਡੀਓਜ਼ ਲੈ ਕੇ ਆਓ। ਕਿਸੇ ਨੇ ਕਿਹਾ ਆਵਾਜ਼ ਦੀ, ਕਿਸੇ ਇੱਕ ਬੱਚੇ ਨੇ ਕਿਹਾ ਕਿਸੇ ਆਵਾਜ਼ ਦੀ ਦਿੱਕਤ ਹੈ, ਕੋਈ ਗੱਲ ਨਹੀਂ, ਮੈਂ ਇਸ ਵਾਰੀ ਆਵਾਜ਼ ਥੋੜੀ ਇੰਕਰੀਜ਼ ਕਰਤੀ ਹੈ ਆਪਣੇ ਸੌਫਟਵੇਅਰ 'ਚ। ਬੋਲਣ ਨੂੰ ਉਹੀ ਸਪੀਡ ਨਾਲ ਦਿਆਂ ਵਾ, ਤੇ ਉਹੀ ਆਵਾਜ਼ ਨਾਲ ਦਿਆਂ ਵਾ, ਤੇ ਉਹੀ ਟੋਨ ਵਿੱਚ ਬੋਲਣਾ। ਠੀਕ ਹੈ ਜੀ, ਚਲੋ ਮੈਂ ਤੁਹਾਡਾ ਦੁਬਾਰਾ ਸਵਾਗਤ ਕਰਦਾ, ਤੁਹਾਡਾ ਨਿੱਘਾ ਸਵਾਗਤ ਕਰਦਾ ਆਪਣੇ ਚੈਨਲ ਤੇ। ਠੀਕ ਹੈ, ਜਿਹੜੇ ਬੱਚੇ ਜੁੜ ਗਏ ਨੇ ਪਲੀਜ਼ ਲਾਈਕ ਕਰਕੇ ਜਾਇਓ। ਇੱਕ ਵੀਡੀਓ ਨੂੰ ਕਾਫੀ ਜ਼ਿਆਦਾ ਤੁਹਾਨੂੰ ਪਿਆਰ ਮਿਲਿਆ, ਤਾਂ ਉਹਦੇ ਕਰਕੇ ਹੁਣ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਨੋਟਸ ਲੈ ਕੇ ਆਊਂਗਾ। ਠੀਕ ਹੈ, ਫਿਰ ਐਕਸਪਲੇਨੇਸ਼ਨ, ਜੇ ਤੁਸੀਂ ਐਕਸਪਲੇਨੇਸ਼ਨ ਵੇਖਣੀ ਹੈ ਤਾਂ ਬਹੁਤ ਵਧੀਆ। ਜੇ ਤੁਸੀਂ ਐਕਸਪਲੇਨੇਸ਼ਨ ਨਹੀਂ ਵੀ ਵੇਖਣੀ, ਤੁਸੀਂ ਟੈਲੀਗ੍ਰਾਮ ਚੈਨਲ ਸਾਡਾ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ, ਟੈਲੀਗ੍ਰਾਮ ਚੈਨਲ ਸਾਡਾ ਹੈਗਾ ਬੀਐਡ ਫ੍ਰੀ ਨੋਟਸ। ਠੀਕ ਹੈ, ਇਹਦੇ ਵਿੱਚ ਵਿਦਾਊਟ ਐਕਸਪਲੇਨੇਸ਼ਨ ਦੇ ਮੈਂ ਪੀਡੀਐਫs ਪਾ ਦਿੰਦਾ, ਜਾਂ ਪੀਡੀਐਫ ਨੂੰ ਪ੍ਰਿੰਟ ਕੱਢੋ, ਲਿਖੋ, ਜੋ ਕਰਨਾ ਕਰੋ। ਠੀਕ ਹੈ, ਤੁਹਾਡਾ ਖੁਦ ਦਾ ਵੀ ਟਾਈਮ ਬਚੇਗਾ, ਜੇ ਟਾਈਮ ਜਿਸ ਤੋਂ ਕਾਫੀ ਜ਼ਿਆਦਾ ਬਚ ਜਾਂਦਾ, ਕਿਉਂਕਿ ਵੀਡੀਓ ਵੇਖਣ 'ਚ ਤੁਹਾਡੇ 12-13 ਮਿੰਟ ਹੋ ਜਾਣਗੇ। ਤੁਸੀਂ ਪੜ੍ਹਨਾ ਤੇ ਪੜ੍ਹੋ, ਵੀਡੀਓ ਤੋਂ ਤੁਹਾਨੂੰ ਇਹ ਹੈ ਕਿ ਵਧੀਆ ਕਲੈਰੀਫਿਕੇਸ਼ਨ ਮਿਲ ਜਾਂਦੀ ਹੈ। ਠੀਕ ਹੈ ਜੀ, ਤੁਸੀਂ ਚੈਨਲ ਨੂੰ ਜ਼ਰੂਰ ਜੁੜਿਓ ਬੀਐਡ ਦੇ। ਠੀਕ ਹੈ, ਜਿਸ ਤਰ੍ਹਾਂ ਸਕੈਨ ਕਰ ਲਿਓ ਆਪਣੇ ਫੋਨ 'ਚ, ਤੁਸੀਂ ਪਹੁੰਚ ਜਾਓਗੇ। 6-7 ਬੱਚੇ ਉੱਥੇ ਜੁੜ ਗਏ ਨੇ। ਠੀਕ ਹੈ ਜੀ, ਤੇ ਉੱਥੇ ਵੀ ਨੋਟਸ ਮਿਲ ਜਾਂਦੇ ਨੇ। ਠੀਕ ਹੈ ਜੀ, ਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਆਪਣਾ ਅੱਜ ਦਾ ਟੌਪਿਕ, ਜਿਹਦਾ ਨਾਮ ਹੈਗਾ ਮਾਈਕਰੋ ਟੀਚਿੰਗ। ਇਹ ਯੂਨਿਟ ਸੀ ਆ, ਮਤਲਬ ਯੂਨਿਟ ਸੀ ਆ, ਸੈਕਸ਼ਨ ਸੀ ਵੀ ਕਹਿ ਸਕਦੇ ਹਾਂ। ਠੀਕ ਹੈ, ਯੂਨਿਟ ਪੁਰਾਣੇ ਪੇਪਰਾਂ 'ਚ ਯੂਨਿਟ ਸੀ ਨਾ, ਜਿਵੇਂ ਇਸ ਕਰਕੇ ਯੂਨਿਟ ਦੀ ਆਦਤ ਪੈ ਗਈ। ਆਪਾਂ ਕਰਦੇ ਹਾਂ ਮਾਈਕਰੋ ਟੀਚਿੰਗ ਦੀ ਇੰਟਰੋਡਕਸ਼ਨ। ਠੀਕ ਹੈ, ਕਹਿੰਦੇ ਪਏ ਆ ਦਾ ਮੇਜਰ ਆਬਜੈਕਟਿਵ ਆਫ ਟੀਚਿੰਗ ਇਜ਼ ਟੂ ਪ੍ਰੋਵਾਈਡ ਨੌਲੇਜ ਐਂਡ ਪ੍ਰੈਕਟਿਸ ਆਫ ਵੇਰੀਅਸ ਟੀਚਿੰਗ ਸਕਿੱਲ। ਕਹਿੰਦੇ ਪਏ ਆ ਕਿ ਜਿਹੜਾ ਮੇਜਰ ਆਬਜੈਕਟਿਵ ਆ ਨਾ, ਜਿਹੜਾ ਸਾਡਾ ਟੀਚਿੰਗ ਕਰਨ ਦਾ, ਠੀਕ ਹੈ, ਉਹ ਹੈਗਾ ਵਾ ਬੱਚੇ ਨੂੰ ਨੌਲੇਜ ਤੇ ਪ੍ਰੈਕਟਿਸ ਕਰਾਉਣਾ, ਬਾਕੀ ਵੇਰੀਅਸ ਸਕਿੱਲਸ ਦਾ। ਟੀਚਿੰਗ ਸਕਿੱਲਸ ਇਨ ਦਾ ਸਿਰਫ ਪੜ੍ਹਾਈ ਨਹੀਂ, ਬਾਕੀ ਜਿਹੜੀ ਸਕਿੱਲ ਸਾਨੂੰ ਚਾਹੀਦੀਆਂ ਨੇ ਟੂ ਮੇਕ ਟੀਚਿੰਗ ਮੋਰ ਐਂਡ ਮੋਰ ਇਫੈਕਟਿਵ। ਠੀਕ, ਜਿਹਦੇ ਕਰਕੇ ਜਿਹੜੀ ਟੀਚਿੰਗ ਹੈ ਨਾ, ਉਹ ਮੋਰ ਐਂਡ ਮੋਰ ਇਫੈਕਟਿਵ ਹੁੰਦੀ ਹੈ। ਠੀਕ ਹੈ, ਕਹਿੰਦੇ ਪਏ ਆ ਦਿਸ ਇਨਕਲੂਡ ਦਾ ਟੀਚਿੰਗ ਪ੍ਰੈਕਟਿਸ ਦੈਟ ਪ੍ਰੋਵਾਈਡ ਐਡਿਕੁਏਟ ਟ੍ਰੇਨਿੰਗ ਆਫ ਟੀਚਿੰਗ ਸਕਿੱਲਸ ਟੂ ਦਾ ਪੀਪਲ ਟੀਚਰ। ਕਹਿੰਦੇ ਪੀਪਲਸ ਟੀਚਰ, ਕਹਿੰਦੇ ਪਏ ਪੀਪਲ ਮਤਲਬ ਬੱਚਿਆਂ ਦਾ। ਕਹਿੰਦੇ ਪਏ ਜਿਹੜਾ ਹੁੰਦਾ ਨਾ, ਇਹਦੇ ਵਿੱਚ ਇਹਨਾਂ ਨੂੰ ਐਡਿਕੁਏਟ ਟ੍ਰੇਨਿੰਗ ਮਿਲ ਜਾਂਦੀ ਹੈ, ਜਿਹਦੇ ਕਰਕੇ ਆਪਾਂ ਬੱਚੇ ਨੂੰ ਇੱਕ ਪ੍ਰੋਪਰ ਸਕਿੱਲਸ ਦੇ ਸਕਦੇ ਹਾਂ। ਠੀਕ ਹੈ, ਇਹ ਛੋਟੀ ਜਿਹੀ ਇੰਟਰੋਡਕਸ਼ਨ ਆ। ਠੀਕ ਹੈ, ਬੁੱਕ 'ਚ ਤੁਸੀਂ ਵੇਖੋਗੇ ਨਾ, ਦੇਖੋ ਚੀਜ਼ ਬੁੱਕ 'ਚ ਵੇਖੋਗੇ, ਮਾਈਕਰੋ ਟੀਚਿੰਗ ਹੀ ਘੱਟ ਤੋਂ ਘੱਟ ਤੁਹਾਨੂੰ ਨਾ ਮੇਰੇ ਹਿਸਾਬ 13 ਜਾਂ 14 ਪੇਜ ਦਾ ਮਿਲ ਜਾਣਾ, ਸ਼ਾਇਦ 15 ਪੇਜ ਦਾ ਸੀ। ਮੈਂ ਉਹਨੂੰ ਬਹੁਤ ਕੰਪਲੀਕੇਟਿਡ ਫਾਰਮ 'ਚੋਂ ਘਟਾ ਕੇ ਬਹੁਤ ਹੀ ਸ਼ਾਰਟ ਐਂਡ ਕੁਆਇਟ ਇੰਪੋਰਟੈਂਟ ਮੈਥਡ ਨਾਲ ਕਰਾਤਾ। ਜਿਹੜੇ ਬੱਚੇ ਪਹਿਲਾਂ ਜੁੜੇ ਹੋਏ ਉਹਨਾਂ ਨੂੰ ਪਤਾ ਹੋਣਾ ਕਿ ਤੁਸੀਂ ਕੁਐਸਚਨ ਕਿਹੜੇ ਹਿਸਾਬ ਨਾਲ ਮੈਂ ਤੁਹਾਨੂੰ ਬਿਲਕੁਲ ਛੋਟੇ ਕਰਾ ਦੇਣਾ, ਜਿਹੜਾ ਸਾਨੂੰ ਫਰਦਰ ਯੂਜ਼ ਆ ਜਾਂਦੇ ਆ ਸਾਡੇ ਐਗਜ਼ਾਮ ਵਿੱਚ। ਠੀਕ ਹੈ ਜੀ, ਕਹਿੰਦੇ ਪਏ ਹੁਣ ਮੀਨਿੰਗ ਆਫ ਮਾਈਕਰੋ ਟੀਚਿੰਗ। ਠੀਕ ਹੈ, ਇੱਕ ਇੰਟਰੋਡਕਸ਼ਨ ਹੋ ਗਈ, ਹੁਣ ਮੀਨਿੰਗ ਕਰਨੀ। ਮਾਈਕਰੋ ਟੀਚਿੰਗ ਇਜ਼ ਅ procedure in which a pupil teacher practice teaching with reduced number of pupils, reduced period of time and specific teaching skills to provide detailed study of small portion of lesson। ਜਿਵੇਂ ਕਿ ਤੁਸੀਂ ਇਹਦਾ ਮੈਂ ਛੋਟਾ ਮੋਟਾ ਤੁਹਾਨੂੰ ਸਿਖਾਉਂਦਾ ਵਾ। ਬੱਚੇ ਜਿਵੇਂ ਛੋਟੇ, ਜਿਵੇਂ ਤੁਸੀਂ 11th ਜਾਂ 12th ਕਲਾਸ 'ਚ ਹੋਣਾ ਵਾ, ਜਦੋਂ 12th ਮੰਨ ਲਓ, ਬੋਰਡ ਦੀ ਕਲਾਸਿਸ ਮੰਨ ਲਓ, ਤੇ ਪ੍ਰਿੰਸੀਪਲ ਸਰ ਕਹਿੰਦੇ ਹੁੰਦੇ ਸੀ ਕਿ ਹਾਂਜੀ ਅੱਜ ਰਿਮੀਡੀਅਲ ਕਲਾਸ ਲਵਾ ਦਿਓ। ਠੀਕ ਹੈ, ਜਾਂ ਅਸੈਂਬਲੀ 'ਚ ਨਾ ਹੋ, ਜਾਂ ਫਿਰ ਛੁੱਟੀ ਤੋਂ ਬਾਅਦ ਬੱਚਿਆਂ ਨੂੰ 1 ਘੰਟੇ ਵਾਸਤੇ ਰੋਕ ਲਓ। ਮਤਲਬ ਪ੍ਰੋਪਰ ਬੱਚਿਆਂ ਨੂੰ, ਮਤਲਬ ਕਿ ਕੋਈ ਹੁੰਦੇ ਸੀ ਇੱਕ ਟਾਈਪ ਦੇ ਬੱਚੇ ਹੁੰਦੇ, ਉਹਨਾਂ ਨੂੰ ਰੋਕ ਲਓ, ਜਾਂ ਫਿਰ ਜਿਹੜੇ ਬੱਚੇ ਰੁਕਣਾ ਚਾਹੁੰਦੇ ਆ ਉਹਨਾਂ ਨੂੰ ਰੋਕ ਲਓ। ਮਤਲਬ ਕੀ ਫਾਇਦਾ ਹੁੰਦਾ ਹੈ ਰੋਕਣ ਦਾ, ਕਿ ਉਹਨਾਂ ਨੂੰ ਨਾ ਇੱਕ ਇਹੋ ਜਿਹਾ ਪ੍ਰੋਸੈਸ ਪ੍ਰੈਕਟਿਸ ਕਰਾਉਣਾ ਜਿਹਦੇ ਵਿੱਚ ਬੱਚੇ ਘੱਟ ਹੋਣ। ਠੀਕ ਹੈ, ਤੇ ਰਿਡਿਊਸ ਟਾਈਮ ਵੀ ਘੱਟ ਹੋ। ਠੀਕ ਹੈ ਜੀ, ਤੇ ਜਿਹਦੇ ਵਿੱਚ ਇਹ ਸਕਿੱਲਸ ਜਿਹੜੀ ਆਪਾਂ ਕਰਾਉਣੀ ਹੈ ਨਾ, ਉਹ ਵੀ ਘੱਟ ਹੋ। ਮਤਲਬ ਕਿ ਇੱਕ ਲੈਸਨ ਘੱਟ ਕਰਨੇ ਆ ਆਪਾਂ। ਠੀਕ ਹੈ, ਘੱਟ ਇੱਕ ਪ੍ਰੋਪਰ ਲੈਸਨ ਪੜ੍ਹਾਉਣਾ ਵਾ। ਠੀਕ ਹੈ, ਘੱਟ ਬੱਚੇ ਹੋਣੇ ਚਾਹੀਦੇ, ਘੱਟ ਟਾਈਮ ਹੋਣਾ ਚਾਹੀਦਾ। ਮਤਲਬ ਕਿ ਇੱਕ ਟਾਈਪ ਦੀ ਸਾਡੀ ਨਾ
ਐਕਸਟਰਾ ਕਲਾਸਿਸ ਨੂੰ ਹੀ ਆਪਾਂ ਮਾਈਕਰੋ ਟੀਚਿੰਗ ਕਹਿ ਸਕਦੇ ਹਾਂ, ਠੀਕ ਹੈ। ਐਕਸਟਰਾ ਕਲਾਸਿਸ ਤੁਸੀਂ ਸੁਣਿਆ ਹੋਣਾ, ਜਿਹੜੀ ਸਾਡੀ ਬਚਪਨ 'ਚ ਹੋ ਜਾਂਦੀ ਸੀ ਇੱਕ ਅਸੈਂਬਲੀ ਟਾਈਮ ਪੀਰੀਅਡ ਵਾਸਤੇ ਹੁੰਦੀ, ਛੁੱਟੀ ਤੋਂ ਬਾਅਦ ਹੋ ਜਾਂਦੀ, ਰਿਸੈਸ ਵਿੱਚ ਹੋ ਜਾਂਦੀ ਸੀ, ਫਰੀ ਪੀਰੀਅਡ ਵਿੱਚ ਹੋ ਜਾਂਦੀ, ਬਸ ਉਹਨੂੰ ਇੱਕ ਮਾਈਕਰੋ ਟੀਚਿੰਗ ਕਹਿੰਦੇ ਆ। ਤੇ ਇਹਨੂੰ ਇੰਗਲਿਸ਼ ਦੇ ਵਿੱਚ ਲਿਖ ਦਿਓ, ਕੁਛ ਨਹੀਂ ਲਿਖਣਾ, ਮਾਈਕਰੋ ਟੀਚਿੰਗ ਇਜ਼ ਅ ਪ੍ਰੋਸੈਸ ਇਨ ਵਿਚ ਪੀਪਲ ਮਤਲਬ ਬੱਚੇ, ਟੀਚਰ ਪ੍ਰੈਕਟਿਸਿਸ ਟੀਚਿੰਗ ਸਕਿੱਲ, ਟੀਚਿੰਗ ਵਿਦ ਰਿਡਿਊਸ ਨੰਬਰ ਆਫ ਪੀਪਲ। ਕਹਿੰਦੇ ਪ੍ਰੈਕਟਿਸ ਕਰਦੇ ਟੀਚਿੰਗ ਘੱਟ ਬੱਚਿਆਂ ਨਾਲ, ਘੱਟ ਟਾਈਮ ਪੀਰੀਅਡ ਵਾਸਤੇ, ਤੇ ਇੱਕ ਸਪੈਸੀਫਿਕ ਟੀਚਿੰਗ ਸਕਿੱਲ ਕਰਦੇ, ਮਤਲਬ ਕੋਈ ਸਪੈਸੀਫਿਕ ਲੈਸਨ ਕਰਦੇ ਆ, ਠੀਕ ਹੈ। ਤੇ ਇੱਕ ਸਮਾਲ ਪੋਰਸ਼ਨ ਆਫ ਲੈਸਨ ਹੁੰਦਾ, ਠੀਕ ਹੈ ਜੀ। ਬਸ ਇਹ ਹੁੰਦਾ ਸਾਡਾ ਮਾਈਕਰੋ ਟੀਚਿੰਗ ਦਾ ਮਤਲਬ, ਠੀਕ ਹੈ। ਮਤਲਬ ਤੁਹਾਨੂੰ ਸਮਝ ਆ ਗਿਆ। ਹੁਣ ਕੋਈ ਸਾਇੰਟਿਸਟ ਜਾਂ ਉਹਨਾਂ ਦੀ ਥਿਊਰੀ ਆਪਾਂ ਹੀ ਸੁਣ ਲੈਂਦੇ ਹਾਂ ਕਿ ਉਹ ਕੀ ਕਹਿੰਦੇ ਪਏ, ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੁਆਇੰਟ ਆਫ ਵਿਊ ਤੁਹਾਨੂੰ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ। ਤੇ ਅੱਜ ਇੰਡੀਅਨ ਵੀ ਹੈਗੇ, ਆਪਾਂ ਇੰਡੀਅਨ ਵੀ ਲੈ ਕੇ ਆਏ, ਤੇ ਬਹੁਤ ਉਹ ਜੇ ਪੇਪਰ 'ਚ ਵੇਖੋਗੇ ਨਾ, ਤੁਸੀਂ ਬੁੱਕ 'ਚ ਵੇਖੋ 6 ਜਾਂ 7 ਲਿਖੀਆਂ ਹੁੰਦੀਆਂ ਵਾ, ਠੀਕ ਹੈ, 8 ਵੀ ਲਿਖੀਆਂ ਹੋਣੀਆਂ, ਪਰ ਸਾਨੂੰ 2 ਚਾਹੀਦੀਆਂ ਹੁੰਦੀਆਂ, ਜਿਹੜੀ ਕਿਉਂਕਿ ਆਪਾਂ ਸਾਨੂੰ ਪਤਾ 1.5 ਘੰਟੇ ਦਾ ਪੇਪਰ ਆ, ਠੀਕ ਹੈ, ਸੈਕਸ਼ਨ ਉਨੇ ਹੀ ਆ, ਤੇ ਆਪਾਂ ਘੱਟ ਚੀਜ਼ਾਂ ਲਿਖਣੀਆਂ, ਠੀਕ ਹੈ ਜੀ। ਤੇ ਉਹ ਲਿਖਣੀ ਉਹ ਜਿਹੜੀ ਜਲਦੀ ਯਾਦ ਹੋਣ ਤੇ ਜ਼ਿਆਦਾ ਇਫੈਕਟਿਵ ਹੋਣ। ਕਹਿੰਦੇ ਵੀ ਐਲ ਨਾ, ਠੀਕ ਹੈ, ਕਹਿੰਦਾ ਪਿਆ ਵਾ ਮਾਈਕਰੋ ਟੀਚਿੰਗ ਦਾ ਸਕੇਲ ਡਾਊਨ ਟੀਚਿੰਗ ਦੋ ਵਰਡ, ਸਕੇਲ ਡਾਊਨ ਟੀਚਿੰਗ ਇਨਕਾਊਂਟਰ ਇਨ ਕਲਾਸ ਸਾਈਜ਼ ਐਂਡ ਟਾਈਮ, ਠੀਕ ਹੈ। ਟੀਚਿੰਗ ਇੱਥੇ ਨਾਲ ਪੀਪਲ ਲਿਖ ਦਿਓ, ਸਟੂਡੈਂਟ ਲਿਖ ਦਿਓ। ਮਤਲਬ ਕਹਿੰਦਾ ਪਿਆ ਵਾ ਕਿ ਇੱਕ ਸਕੇਲ ਡਾਊਨ ਪ੍ਰੋਸੈਸ ਆ। ਸਕੇਲ ਡਾਊਨ ਮਤਲਬ ਕਿ ਜਿਹਦੇ ਵਿੱਚ ਬੱਚੇ ਘੱਟ ਹੁੰਦੇ ਆ। ਸਿਰਫ ਐਲਨ ਨੇ ਇੰਨੀ ਗੱਲ ਕਹੀ ਹੈ ਕਿ ਮਾਈਕਰੋ ਟੀਚਿੰਗ ਇਹੋ ਜਿਹਾ ਪ੍ਰੋਸੈਸ ਆ ਜਿਹਦੇ ਵਿੱਚ ਬੱਚੇ ਘੱਟ ਹੁੰਦੇ ਆ, ਠੀਕ ਆ। ਕਲਾਸ ਵੀ ਛੋਟੀ ਕਲਾਸ ਹੁੰਦੀ ਤੇ ਟਾਈਮ ਵੀ ਘੱਟ ਹੁੰਦਾ, ਠੀਕ ਹੈ। ਬਸ ਆਹ ਐਲਨ ਦਾ ਮਤਲਬ ਜੋ ਇੰਟਰੋਡਕਸ਼ਨ 'ਚ ਲਿਖਿਆ ਉਹਦਾ ਹੀ ਛੋਟਾ ਜਿਹਾ ਪਾਰਟ ਉਹਨੇ ਬੋਲਦਾ। ਤੇ ਕਹਿੰਦੇ ਅਕੋਰਡਿੰਗ ਟੂ ਬੀ ਕੇ ਪੱਸੀ ਐਂਡ ਐਮ ਐਸ ਲਲਿਤਾ, ਕਹਿੰਦੇ 2 ਸਾਇੰਟਿਸਟ ਆ। ਬੀ ਕੇ ਇਹਨਾਂ ਨੇ ਕਿਹਾ ਤਾ ਵਾ ਐਮ ਟੀ ਦਾ ਮਤਲਬ ਮਾਈਕਰੋ ਟੀਚਿੰਗ। ਕਹਿੰਦੇ ਪਿਆ ਮਾਈਕਰੋ ਟੀਚਿੰਗ ਇਜ਼ ਅ ਟ੍ਰੇਨਿੰਗ ਟੈਕਨੀਕ ਵਿਚ ਰਿਕੁਆਇਰ ਸਟੂਡੈਂਟ ਟੀਚਰ ਟੂ ਟੀਚ ਅ ਸਿੰਗਲ concept using a specific theory skill to small number of student in short period of time। ਦੇਖੋ ਜੀ ਆਹ ਵੀ ਬਹੁਤ ਆਸਾਨ ਹੈ, ਠੀਕ ਹੈ, ਇਹ ਯਾਦ ਕਰਨ 'ਚ ਬਹੁਤ ਆਸਾਨ ਹੈ। ਕਿਵੇਂ ਆ, ਜੋ ਤੁਹਾਨੂੰ ਡੈਫੀਨੇਸ਼ਨ ਯਾਦ ਕੀਤੀ ਹੈ ਨਾ, ਪਹਿਲੇ 'ਚ ਉਹਨਾਂ ਨੇ ਕਿਹਾ ਪ੍ਰੈਕਟਿਸ ਟੀਚਿੰਗ ਵਿਦ ਰਿਡਿਊਸ ਨੰਬਰ ਆਫ ਪੀਪਲਸ, ਠੀਕ ਹੈ। ਪਹਿਲੀ ਇੰਨੀ ਗੱਲ ਤੁਹਾਨੂੰ ਤਾਂ ਯਾਦ ਹੀ ਹੈ ਨਾ, ਇਹਨੂੰ ਐਲਨ ਵਿੱਚ ਲਿਖ ਦੇਣਾ ਵਾ, ਠੀਕ ਹੈ। ਤੇ ਬਾਕੀ ਜਿਹੜੀ ਇਹਨੇ ਗੱਲ ਕੀਤੀ ਹੈ ਸਮਾਲ ਨੰਬਰ ਆਫ ਸਟੂਡੈਂਟ ਸ਼ੋਰਟ ਪੀਰੀਅਡ ਆਫ ਟਾਈਮ, ਠੀਕ ਹੈ, ਸਿੰਗਲ ਕਨਸੈਪਟ ਦੀ ਗੱਲ ਕੀਤੀ ਹੈ। ਸਿੰਗਲ ਕਨਸੈਪਟ ਦੀ ਗੱਲ ਤੁਸੀਂ ਇੱਥੋਂ ਚੁੱਕ ਲੈਣੀ ਹੈ, ਠੀਕ ਹੈ, ਸਮਾਲ ਪੋਰਸ਼ਨ ਆਫ ਲੈਸਨ, ਠੀਕ ਹੈ। ਬਸ ਕੁਛ ਨਹੀਂ ਹੋਗਾ, ਜੋ ਚੀਜ਼ ਆਪਾਂ ਉੱਤੇ ਲਿਖੀ ਹੈ ਨਾ, ਉਹ ਚੀਜ਼ ਉਹਨਾਂ ਨੇ ਥੱਲੇ ਦੱਸਤੀ ਹੈ, ਠੀਕ ਹੈ। ਬਸ ਉਹਨਾਂ ਨੂੰ ਇੱਕ ਤਰੀਕੇ ਨਾਲ ਤੁਸੀਂ ਖੁਦ ਦੇਖੋ, ਤੁਹਾਨੂੰ ਆਹ ਡੈਫੀਨੇਸ਼ਨ ਪਤਾ ਵਾ, ਤੁਸੀਂ ਅੱਗੇ ਜਾ ਕੇ ਪਰਟੀਕੂਲਰ ਬੋਰਡ ਨੂੰ ਜਾਂ ਪਰਟੀਕੂਲਰ ਡਾਇਰੈਕਟਰ ਨੂੰ ਤੁਸੀਂ ਦੱਸਣਾ ਵਾ ਕਿ ਡੈਫੀਨੇਸ਼ਨ ਦੱਸਣੀ, ਬਸ ਉਹਨੂੰ ਆਪਣੇ ਵਰਡਸ 'ਚ ਲਿਖ ਦਿਓ, ਤੁਹਾਡੀ ਇੱਕ ਡੈਫੀਨੇਸ਼ਨ ਤਿਆਰ ਹੋ ਜਾਏਗੀ। ਤੇ ਮੈਂ ਕਹਾਂ ਪੁਆਇੰਟ ਟੂ ਪੁਆਇੰਟ ਯਾਦ ਕਰਨਾ ਉਹ ਮਾਇਨੇ ਨਹੀਂ ਰੱਖਦਾ, ਬਸ ਤੁਹਾਨੂੰ ਇੱਕ ਸਾਰ ਪਤਾ ਹੋਣਾ ਚਾਹੀਦਾ, ਬਸ ਮੋਟੀ ਜਿਹੀ ਗੱਲ। ਐਜ਼ ਅ ਟੀਚਰ ਆਪਾਂ ਇਹ ਕਹਿੰਦੇ ਹਾਂ ਕਿ ਬੱਚੇ ਨੇ ਕੀ ਨਾਲ ਲਿਖਿਆ ਵਾ, ਸਹੀ ਲਿਖਿਆ ਕਿ ਨਹੀਂ ਲਿਖਿਆ। ਹੁਣ ਫੀਚਰ ਦੀ ਗੱਲ ਕਰ ਲਈਏ, ਫੀਚਰਾਂ ਨੂੰ ਵੈਸੇ ਵੀ ਨਹੀਂ ਪੁੱਛੇ ਗਏ, ਪਰ ਕਨਸੈਪਟ 'ਚ ਫੀਚਰ ਆ ਜਾਂਦੇ ਆ। ਮੈਂ ਇਹਨੂੰ ਛੋਟਾ ਕਰਕੇ ਲਿਖਿਆ ਵਾ, ਤੁਸੀਂ ਥੋੜਾ ਇਹਨੂੰ 1 ਜਾਂ 2 ਲਾਈਨ 'ਚ ਐਕਸਪਲੇਨ ਕਰਨਾ ਵਾ। ਇਹ ਸਾਡੇ 100 ਮਾਰਕਸ ਦਾ ਪੇਪਰ ਤੇ ਹੈ ਨਹੀਂ, ਸਾਡੇ ਪੈਡਾਗੋਜੀ ਦੇ ਪੇਪਰ ਪੇਪਰ ਆ, ਤੇ ਇਹਦੇ ਵਿੱਚ ਆਪਾਂ 1 ਜਾਂ 2 ਲਾਈਨ ਵੱਧ ਲਿਖਣੀ ਹੈ। ਹਰ ਇੱਕ ਸ਼ੀਟ ਪਹਿਲਾਂ, ਜਿਵੇਂ ਤੁਹਾਨੂੰ ਦੂਸਰੇ ਪੇਪਰਾਂ 'ਚ ਕਹਿੰਦਾ ਮੈਂ 100 ਨੰਬਰ ਵਾਲਿਆਂ 'ਚ ਕਿ ਹਰ ਇੱਕ ਕੁਐਸਚਨ ਵਾਸਤੇ 7 ਸ਼ੀਟ ਭਰਿਓ, ਇਹਨਾਂ ਵਾਸਤੇ ਸਿਰਫ 3 ਜਾਂ 3.5 4 ਸ਼ੀਟ ਭਰ ਦਿਓ, ਬਹੁਤ ਆ, ਠੀਕ ਆ। ਤੁਸੀਂ ਗੱਲ ਕਰੋਗੇ 5 4 ਦਾ 20, 22 ਤੋਂ 23 ਸ਼ੀਟਾਂ ਭਰਨੀਆਂ ਪੈਣੀਆਂ ਤੁਹਾਨੂੰ, ਤੇ ਤੁਹਾਡੇ ਇੰਨਾ ਤੁਹਾਡੇ ਕੋਲ ਟਾਈਮ ਹੋਣਾ 1.5 ਘੰਟੇ ਦਾ, ਠੀਕ ਹੈ। ਕਹਿੰਦੇ ਭਈਆ ਪਹਿਲਾਂ ਸਕੇਲ ਡਾਊਨ ਪ੍ਰੋਸੈਸ ਆ। ਐਲਨ ਨੇ ਵੀ ਗੱਲ ਆਈ ਗਈ ਸਕੇਲ ਡਾਊਨ ਦਾ ਮਤਲਬ ਕਿ ਇਹਦੇ ਵਿੱਚ ਸਟਰੈਂਥ ਆਫ ਬੱਚੇ ਦੀ ਘੱਟ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਨਾ ਇੰਡੀਵਿਜੂਅਲਾਈਜ਼ਡ ਟ੍ਰੇਨਿੰਗ ਡਿਵਾਈਸ ਹੁੰਦੇ, ਮਤਲਬ ਕਿ ਇਹਦੇ ਵਿੱਚ ਨਾ ਇੱਕ ਬੱਚੇ ਤੇ ਪਰਟੀਕੂਲਰਲੀ ਫੋਕਸ ਕੀਤਾ ਜਾਂਦਾ ਵਾ। 40 ਬੱਚਿਆਂ ਦੀ ਕਲਾਸ 'ਚ ਤੁਸੀਂ ਹਰ ਇੱਕ ਬੱਚੇ ਤੇ ਨਹੀਂ ਫੋਕਸ ਕਰ ਸਕਦੇ। ਉਹੀ ਮੈਂ ਕਹਾਂ 10 ਬੱਚਿਆਂ ਦੀ ਕਲਾਸ 'ਚ ਤੁਸੀਂ ਰਮਾਨ ਨਾਲ ਇੱਕ ਬੱਚੇ ਤੇ ਜਾਂ 10 ਬੱਚਿਆਂ ਤੇ ਇੱਕ ਕਰਕੇ ਤੁਸੀਂ ਫੋਕਸ ਕਰ ਸਕਦੇ ਹੋ, ਮਤਲਬ ਕਿ ਇੰਡੀਵਿਜੂਅਲ ਵੀ ਕਰਦੇ ਆ, ਠੀਕ ਹੈ। ਇਹਦੇ ਵਿੱਚ ਫੀਡਬੈਕ ਦਿੱਤੇ ਹੈ, ਠੀਕ ਹੈ। 40 ਬੱਚਿਆਂ ਦੀ ਕਲਾਸ ਹੁੰਦੀ ਹੈ, ਵੱਡੀ ਕਲਾਸ ਹੁੰਦੀ ਹੈ, ਤੁਸੀਂ ਕੀ ਬੱਚੇ ਨੂੰ ਕੀ ਫੀਡਬੈਕ ਦੇ ਦੋਗੇ? ਦੇ ਵੀ ਦੋਗੇ, ਇੱਕ ਅੱਧੇ ਨੂੰ ਦੇ ਦੋਗੇ ਜਿਹਦਾ ਡਾਊਟ ਕਲੀਅਰ ਹੋਏਗਾ। ਜਿਹੜੇ ਇੰਟਰੋਵਰਟਸ ਹੋਣਗੇ ਉਹ ਨਹੀਂ ਦੇ ਪਾएंगे, ਪਰ ਉਹੀ ਜਿੱਥੇ 10 ਬੱਚੇ ਹੋਣਗੇ, 10 ਬੱਚਿਆਂ ਨੂੰ ਤੁਸੀਂ ਇੱਕ ਵਾਰੀ ਇੰਡੀਵਿਜੂਅਲਾਈਜ਼ ਉਹਨਾਂ ਨੂੰ ਟ੍ਰੇਨਿੰਗ ਦੋਗੇ ਤਾਂ ਉਹਨਾਂ ਦੇ ਫੀਡਬੈਕ ਵੀ ਰਮਾਨ ਨਾਲ ਦੇ ਦੋਗੇ। ਟ੍ਰੇਨਿੰਗ ਦਾ ਮਤਲਬ ਆਹੀ ਹੁੰਦਾ, ਫੀਡਬੈਕ ਦੇ ਦੋਗੇ, ਠੀਕ ਹੈ। ਕਹਿੰਦੇ ਫਿਰ ਟ੍ਰੇਨਿੰਗ ਟੈਕਨੀਕ ਹੁੰਦੀ ਹੈ, ਇਹਦੀ ਟ੍ਰੇਨਿੰਗ ਟੈਕਨੀਕ ਕੀ ਹੈ? ਫੋਕਸ ਔਨ ਟ੍ਰੇਨਿੰਗ ਰਾਦਰ ਦੈਨ ਲਰਨਿੰਗ। ਕਹਿੰਦੇ ਪਏ ਆ ਇਹਦੇ ਵਿੱਚ ਨਾ ਆਪਾਂ ਲਰਨਿੰਗ ਨਹੀਂ ਕਰਾਉਂਦੇ, ਆਪਾਂ ਟ੍ਰੇਨਿੰਗ ਕਰਾਉਂਦੇ। ਤੁਸੀਂ ਹਮੇਸ਼ਾ ਵੇਖਿਆ ਨਾ ਰਿਮੀਡੀਅਲ ਕਲਾਸ ਜਦੋਂ ਲੱਗਦੀਆਂ ਸੀ, ਠੀਕ ਹੈ, ਰਿਮੀਡੀਅਲ ਕਲਾਸ ਲੱਗਦੀ, ਐਕਸਟਰਾ ਕਲਾਸ ਲੱਗਦੀਆਂ ਸੀ, ਉਹਦੇ ਵਿੱਚ ਟੀਚਰ ਕੀ ਸਮਝਾਉਂਦਾ ਸੀ, ਇਹ ਥੋੜੀ ਨਾ ਕਿ ਅੱਜ ਚਲੋ ਕਿ ਉਹਨਾਂ ਬੱਚਿਆਂ ਨੂੰ ਆਪਾਂ ਅਰਥਮੈਟਿਕ ਪ੍ਰੋਜੈਕਸ਼ਨ ਪੜ੍ਹਾਉਂਦੇ ਹਾਂ, ਨਾਰਮਲ ਕਲਾਸ 'ਚ ਅਰਥਮੈਟਿਕ ਪ੍ਰੋਜੈਕਸ਼ਨ ਚੱਲਦੀ ਹੈ, ਤੇ ਰਿਮੀਡੀਅਲ ਵਾਲੇ ਬੱਚਿਆਂ ਨੂੰ ਜਿਓਮੈਟਰੀ ਪ੍ਰੋਗਰੈਸ਼ਨ ਸਿਖਾ ਦਿੰਦੇ। ਇਹ ਥੋੜ੍ਹੇ ਸਿਖਾਉਂਦੇ, ਉਹ ਅਰਥਮੈਟਿਕ ਪੜ੍ਹਾਉਂਦੇ ਸੀ, ਬਸ ਅਰਥਮੈਟਿਕ ਨੂੰ ਲਰਨ ਨਹੀਂ ਕਰਾਉਂਦੇ, ਉਹਦੀ ਪ੍ਰੈਕਟਿਸ ਕਰਾਉਂਦੇ ਸੀ। ਬਸ ਟ੍ਰੇਨਿੰਗ ਕਰਾ ਲਓ, ਪ੍ਰੈਕਟਿਸ ਕਰਾ ਲਓ। ਕਹਿੰਦੇ ਫੋਕਸ ਔਨ ਟ੍ਰੇਨਿੰਗ ਰਾਦਰ ਦੈਨ ਲਰਨਿੰਗ। ਕਹਿੰਦਾ ਸਿਲੈਕਸ਼ਨ ਆਫ ਵਨ ਸਕਿੱਲ, ਕਹਿੰਦੇ ਇਹਦੇ ਵਿੱਚ ਇੱਕ ਸਕਿੱਲ ਦੀ ਸਿਲੈਕਸ਼ਨ ਹੁੰਦੀ ਜਿਹਨੂੰ ਆਪਾਂ ਲੈਸਨ ਵੀ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਇੱਕ ਚੀਜ਼ ਹੈ ਇਹਦੇ ਵਿੱਚ ਲਿਖੀ ਸੀ ਨਿਊ ਐਕਸਪੈਰੀਮੈਂਟ। ਨਿਊ ਐਕਸਪੈਰੀਮੈਂਟ ਮਤਲਬ ਹੁੰਦਾ ਵਾ ਕਿ ਨਵੀਂ ਚੀਜ਼ਾਂ ਸਿੱਖਣਾ। ਇਹ ਜਿਹੜੀ ਚੀਜ਼ ਹੈਗੀ ਨਾ, ਇਹ ਇੰਡੀਆ ਵਿੱਚ ਫੋਲੋ ਨਹੀਂ ਹੋ ਪਾਈ ਸੀ, ਕੋਸ਼ਿਸ਼ ਕੀਤੀ ਸੀ, ਪਰ ਫਿਊ ਕਾਰਨਾਂ ਕਰਕੇ ਨਾ ਇਹ ਇੰਡੀਆ ਵਿੱਚ ਫੋਲੋ ਨਹੀਂ ਕਰ ਪਾਈ। ਤੁਸੀਂ ਨਿਊ ਐਕਸਪੈਰੀਮੈਂਟ ਲਿਖ ਦਿਓ, ਇੱਥੇ ਲਿਖ ਦਿਓ, ਉਸ ਤੋਂ ਅੱਗੇ ਲਿਖ ਦਿਓ
कैन नॉट बी फॉलोड इन क्लियर बिकॉज ऑफ सम रीजनस। ठीक है, क्योंकि बुक विच इस तो भी थोड़ा एक्सप्लेन करके लिखा वा, जे नहीं लिखना नहीं लिखो, क्योंकि 5 ਸਾਨੂੰ फीचर बहुत ने। ठीक है जी, क्योंकि ਸਾਡਾ ਦੂਜਾ ਐਗਜ਼ਾਮ ਹੈ। ਠੀਕ ਹੈ, 1.5 ਘੰਟੇ ਵਾਲਾ। ਕਹਿੰਦੇ ਪਏ ਹੁਣ ਪ੍ਰੋਸੀਜਰ ਜਿਹੜਾ ਸਾਡਾ ਬਹੁਤ ਇੰਪੋਰਟੈਂਟ ਪੈ ਜਾਂਦਾ ਵਾ। ਪ੍ਰੋਸੀਜਰ ਕੀ ਹੈ, ਬੁੱਕ ਵਿੱਚ ਨਾ 1 2 3 ਫਿਰ 1 2 3 ਕੋ ਸਮਝ ਨਹੀਂ ਆਉਂਦੇ ਸੀ, ਇਹਨੂੰ ਮੈਂ ਥੋੜਾ ਚੰਗੀ ਤਰ੍ਹਾਂ ਸਮਝਿਆ ਫਿਰ ਤੁਹਾਡੇ ਵਾਸਤੇ ਲੈ ਕੇ ਆਉਂਦਾ। ਕਹਿੰਦੇ ਪ੍ਰੋਸੀਜਰ ਤੇ ਸਟੈਪਸ ਆਫ ਮਾਈਕਰੋ ਟੀਚਿੰਗ। ਠੀਕ ਹੈ, ਕਹਿੰਦੇ ਪਏ ਅਕੋਰਡਿੰਗ ਟੂ ਕਲਿਫ ਹੈਟਲ। ਠੀਕ ਹੈ, ਕਲਿਫ ਹੈਟਲ ਕਿਵੇਂ ਯਾਦ ਕਰਨਾ ਵਾ, ਇੱਕ ਕਲਿਫ ਹੁੰਦੀ ਹੈ, ਕਲਿਫ ਹੁੰਦਾ ਸਾਡਾ ਪਹਾੜ ਤੋਂ ਰਿਲੇਟਡ ਹੁੰਦੀ ਹੈ, ਬਸ ਉੱਤੋਂ ਕਲਿਫ ਤੋਂ ਯਾਦ ਕਰ ਲਓ, CLIFF ਹੁੰਦਾ ਵਾ। ਠੀਕ ਹੈ, ਕਲਿਫ ਹੈਟਲ। ਠੀਕ ਹੈ, ਕਲਿਫ ਹੈਟਲ। ਠੀਕ ਹੈ, ਇਸ ਤੋਂ ਯਾਦ ਕਰ ਲਓ ਕਲਿਫ ਹੈਟਲ ਦਾ ਪ੍ਰੋਸੀਜਰ ਆਫ ਮਾਈਕਰੋ ਟੀਚਿੰਗ ਡਿਵਾਈਡ ਇਨਟੂ 3 ਫੇਜ਼। THR 3 ਫੇਜ਼ ਆਣਾ ਵਾ। ਠੀਕ ਹੈ, 3 ਫੇਜ਼ ਨਹੀਂ ਆਣਾ, 3 ਲਿਖਤਾ, 3 ਫੇਜ਼। ਕਹਿੰਦੇ ਪਏ ਕਲਿਫ ਹੈਟਲ ਨੇ ਮਾਈਕਰੋ ਟੀਚਿੰਗ ਵਾਸਤੇ ਦੱਸਿਆ ਕਿ ਇਹ 3 ਫੇਜ਼ਸ ਵਿੱਚ ਡਿਵਾਈਡਡ ਆ। ਠੀਕ ਹੈ, 3 THRW3। ਠੀਕ ਹੈ, ਕਲਿਫ ਹੈਟਲ ਕਿਵੇਂ ਯਾਦ ਕਰਨਾ, ਪਹਾੜ ਤੋਂ। ਠੀਕ ਹੈ, ਕਹਿੰਦੇ ਪਿਆ ਕਿ ਪਹਿਲਾ ਫੇਜ਼ ਹੈਗਾ ਵਾ ਨੌਲੇਜ ਐਕਸੈਸ਼ਨ ਫੇਜ਼, ਮਤਲਬ ਜਿਹਦੇ ਵਿੱਚ ਨੌਲੇਜ ਲੈਣੀ ਹੈ। ਠੀਕ ਹੈ, ਨੌਲੇਜ ਐਕਸੈਸ਼ਨ ਫੇਜ਼। ਕਹਿੰਦੇ ਪਿਆ ਦਿਸ ਫੇਜ਼ ਡੀਲ ਵਿਦ ਦ ਥਿਓਰੀਟੀਕਲ ਓਰੀਐਂਟੇਸ਼ਨ ਆਫ ਸਕਿੱਲ। ਠੀਕ ਹੈ, ਜਿਹੜੇ ਥਿਓਰੀਟੀਕਲ ਪਾਰਟਸ ਹੈਗੇ ਨਾ ਸਕਿੱਲ ਦੇ, ਸਕਿੱਲ ਨੂੰ ਆਪਾਂ ਟੀਚਰ ਕਹਿ ਸਕਦੇ ਹਾਂ ਥਿਓਰੀਟੀਕਲ ਇੰਟਰਪ੍ਰੀਟੇਸ਼ਨ ਸਕਿੱਲ। ਦਾ ਮੇਨ ਪ੍ਰੋਸੀਜਰ ਆਰ ਗਿਵਨ ਬਲੋ। ਕਹਿੰਦੇ ਜਿਹੜੇ ਇਹਦੇ ਮੇਨ ਪ੍ਰੋਸੈਸ ਆ ਨਾ ਉਹ ਗਿਵਨ ਬਲੋ। ਜਸਟ ਵੇਟ ਅ ਮਿੰਟ ਬੱਚਿਓ, ਮੈਂ ਥੋੜਾ ਚਾਰਜਿੰਗ ਘੱਟ ਹੋ ਗਈ ਹੈ। ਜਸਟ ਵੇਟ ਅ ਮਿੰਟ, ਤੁਸੀਂ ਜਸਟ 1 ਮਿੰਟ ਪੜੋ। ਥੋੜੀ ਜਿਹੀ ਚਾਰਜਿੰਗ ਘੱਟ ਹੋ ਗਈ ਸੀ ਲੈਪਟਾਪ ਦੀ, ਇਸ ਕਰਕੇ ਆਪਾਂ ਚਾਰਜਿੰਗ ਲਾਂਗੇ। ਠੀਕ ਹੈ, ਪਹਿਲੇ ਉਹਨਾਂ ਨੇ ਗੱਲ ਕੀਤੀ ਕਿ ਇਹਦੇ ਨੌਲੇਜ ਐਕਸੈਸ਼ਨ ਫੇਜ਼ ਹੈ। ਨੌਲੇਜ ਐਕਸੈਸ਼ਨ ਵਿੱਚ ਖੁਦ ਵੇਖੋ ਨੌਲੇਜ ਦਾ ਐਕਸੈਸ ਹੋਣਾ, ਮਤਲਬ ਥਿਓਰੀਟੀਕਲ ਪਾਰਟ ਵਾਲੇ ਜ਼ਿਆਦਾ ਗੱਲ ਕੀਤੀ ਗਈ ਹੈ। ਠੀਕ ਹੈ, ਇਹਨੂੰ ਵੀ ਆਪਾਂ ਤਿੰਨ ਅੱਗੇ ਜਾ ਕੇ ਨਾ ਤਿੰਨ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਠੀਕ ਹੈ, 1A 1B 1C। ਠੀਕ ਹੈ, ਨਹੀਂ ਤੇ ABC ਵੀ ਲਿਖ ਸਕਦੇ ਹੋ, ਨਹੀਂ ਤਾਂ 1 2 3 ਵੀ ਲਿਖ ਸਕਦੇ ਹੋ, ਬਸ ਕਨਫਿਊਜ਼ਨ ਨਾ ਇਸ ਕਰਕੇ ਮੈਂ 1A ਇਹ ਸਭ ਪੜ੍ਹ ਲਿਆ। ਕਹਿੰਦੇ ਪਏ ਨੌਲੇਜ ਐਂਡ ਅਵੇਅਰਨੈਸ ਆਫ ਟੀਚਿੰਗ, ਮਤਲਬ ਜੋ ਚੀਜ਼ ਆਪਾਂ ਪੜ੍ਹਨ ਲੱਗੇ ਹਾਂ ਉਹਦੀ ਨੌਲੇਜ ਹੋਣੀ ਚਾਹੀਦੀ ਹੈ ਤੇ ਉਹਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ, ਟੀਚਰ ਨੂੰ ਵੀ ਐਜ਼ ਵੈਲ ਐਜ਼ ਸਟੂਡੈਂਟ ਨੂੰ ਵੀ। ਆਪਾਂ ਉਹ ਚੀਜ਼ ਦੱਸਣੀ। ਕਹਿੰਦੇ ਪਏ ਇਟ ਇਨਵੋਲਵ ਗੇਨਿੰਗ ਥਿਓਰੀਟੀਕਲ ਸਕਿੱਲ ਅਬਾਊਟ ਦਾ ਪਰਟੀਕੂਲਰ ਸਕਿੱਲ। ਕਹਿੰਦੇ ਪਏ ਆ ਜਿਹੜੀ ਆਪਾਂ ਕੋਈ ਚੀਜ਼ ਪੜ੍ਹਾਉਣ ਲੱਗੇ, ਜਿਵੇਂ ਅਰਥਮੈਟਿਕ ਪ੍ਰੋਪੋਰਸ਼ਨ ਪੜ੍ਹਾਉਣ ਲੱਗੇ, AP ਪੜ੍ਹਾਉਣ ਲੱਗੇ, ਉਹਦੇ ਬਾਰੇ ਥਿਓਰੀਟੀਕਲ ਸਕਿੱਲਸ ਵੀ ਹੋਣੀ ਚਾਹੀਦੀ ਹੈ। ਕਿ ਇੱਕ ਮੈਥ ਦਾ ਟੌਪਿਕ ਆ, ਚਲੋ ਇੱਕ ਆਪਾਂ ਇਹਦੇ ਵਾਸਤੇ ਮੈਥ ਦਾ ਟੌਪਿਕ ਥਿਓਰੀਟੀਕਲ ਸਕਿੱਲ ਵੀ ਹੋਣੀ ਚਾਹੀਦੀ, ਕਿਹਨੇ ਡਿਵੈਲਪ ਕੀਤੇ ਸੀ, ਕਿ ਇਹਦੇ ਫਾਰਮੂਲਾ A+n-1D + A+n-1D ਇਹ ਕੀ ਹੁੰਦਾ ਵਾ। ਠੀਕ ਆ, ਇਹ ਕਿਹੜੀ ਚੀਜ਼ ਆ। ਠੀਕ ਆ, SN ਦਾ ਫਾਰਮੂਲਾ ਕੀ ਹੁੰਦਾ, SN ਕੀ ਹੁੰਦੀ ਆ। ਠੀਕ ਆ, AN ਕੀ ਹੁੰਦੀ ਆ, ਕੱਲਿਆ A ਕੀ ਹੁੰਦਾ, ਫਸਟ ਟਰਮ ਕੀ ਹੁੰਦੀ, D ਕੀ ਹੁੰਦਾ ਵਾ। ਠੀਕ ਆ, ਇਹ ਸਾਰੀ ਚੀਜ਼ਾਂ ਥਿਓਰੀਟੀਕਲ ਸਕਿੱਲਸ ਹੁੰਦੀਆਂ ਵਾ, ਇਹ ਤੁਹਾਨੂੰ ਬੱਚਿਆਂ ਨੂੰ ਪਤਾ ਹੋਣੀ ਚਾਹੀਦੀ, ਟੀਚਰ ਨੂੰ ਵੀ ਪਤਾ ਚਾਹੀਦੀ ਜਿਹੜੀ ਆਪਾਂ ਪਰਟੀਕੂਲਰ ਸਕਿੱਲ ਬਾਰੇ ਗੱਲ ਕਰਦੇ ਹਾਂ। ਪਹਿਲਾ ਪੁਆਇੰਟ ਆਹ ਗੱਲ ਹੋ ਗਿਆ, ਤੁਸੀਂ ਇੱਕ ਐਜ਼ ਅ ਟੀਚਰ ਸੋਚੋ ਤੁਸੀਂ ਨਾ ਅਰਥਮੈਟਿਕ ਬਸ ਪੜ੍ਹਾਉਣਾ ਵਾ, ਅਰਥਮੈਟਿਕ ਚੈਪਟਰ ਪੜ੍ਹਾਉਣਾ ਵਾ, ਤੁਸੀਂ ਕੀ ਕਰੋਗੇ, ਪਹਿਲਾਂ ਉਹਦੀ ਥਿਓਰੀਟੀਕਲ ਸਕਿੱਲ ਪੜ੍ਹ ਲਓਗੇ। ਠੀਕ ਆ, ਕਹਿੰਦੇ ਪਏ observe demonstration lesson। ਠੀਕ ਹੈ, after the theoretic skill is demonstrated before student teaching by learning technology can be used। ਕਹਿੰਦੇ ਪਿਆ ਇਹਦੇ ਵਿੱਚ ਨਾ observe ਕਰਨਾ ਡੈਮੋਨਸਟ੍ਰੇਸ਼ਨ ਲੈਸਨ। ਕਹਿੰਦਾ ਜਦੋਂ ਤੁਸੀਂ ਚੀਜ਼ਾਂ ਸਿੱਖ ਲਈਆਂ, ਜਿਹੜੀਆਂ ਸਕਿੱਲ ਸਿੱਖੀ, ਸਕਿੱਲ ਆਪਾਂ ਇੱਕ ਵਾਰ ਟਾਈਮ ਚੈਪਟਰ ਮੰਨ ਲੈਂਦੇ ਹਾਂ, ਅਰਥਮੈਟਿਕ ਮੰਨ ਲੈਂਦੇ। ਕਹਿੰਦੇ ਅਰਥਮੈਟਿਕ ਜਿਹੜਾ ਹੈਗਾ ਨਾ ਟੀਚਰ ਦੇ ਟੀਚਿੰਗ ਲਰਨਿੰਗ ਪ੍ਰੋਸੈਸ ਵਿੱਚ ਨਾ ਸਟੂਡੈਂਟ ਸਾਹਮਣੇ ਡੈਮੋਨਸਟ੍ਰੇਟ ਕਰਨਾ। ਪਹਿਲਾਂ ਤੁਸੀਂ ਸੋਲਵ ਕਰੋਗੇ। ਠੀਕ ਹੈ, A+n-1 ਤੁਸੀਂ ਇਹ ਸੋਲਵ ਕਰਕੇ ਦਿਖਾਓਗੇ ਉਹਨਾਂ ਨੂੰ, SN ਦਾ ਫਾਰਮੂਲਾ ਲਾ ਕੇ ਦਿਖਾਓਗੇ, n/2 ਲਾ ਕੇ ਦਿਖਾਓਗੇ। ਠੀਕ ਹੈ, ਉਹ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਕਰਕੇ ਦਿਖਾਓਗੇ ਤਦੇ ਤੇ ਉਹ ਟੀਚਰ ਬੱਚੇ ਸਿੱਖਣਗੇ, ਬੱਚੇ ਤਦੇ ਤੇ ਓਬਜ਼ਰਵ ਕਰਨਗੇ। ਠੀਕ ਆ, ਬੱਚੇ ਇਹ ਆਪਾਂ ਬੱਚਿਆਂ ਵਾਸਤੇ ਕਰਾਂਗੇ ਨਾ, ਆਪਾਂ ਟੀਚਰ ਵਾਸਤੇ ਯੂਜ਼ ਨਹੀਂ ਹੈਗਾ ਓਬਜ਼ਰਵ ਟੀਚਰ ਕਰੇਗਾ, ਇਹ ਬੱਚਾ ਕਰੇਗਾ। ਠੀਕ ਆ, ਤੁਸੀਂ ਉਹ ਬੱਚਾ ਓਬਜ਼ਰਵ ਕਰੇਗਾ ਕਿ ਹਾਂਜੀ ਕੀ ਹੋਣ ਡਿਆ ਵਾ। ਠੀਕ ਹੈ, ਇਹਦੇ ਵਿੱਚ ਤੁਸੀਂ ਟੈਕਨੋਲੋਜੀ ਵੀ ਯੂਜ਼ ਕਰ ਸਕਦੇ ਹੋ, ਥੋੜਾ ਇਹਨੂੰ ਵਧਾ ਕੇ ਵੀ ਲਿਖੋ, ਜਿਵੇਂ ਬੁੱਕ ਵਿੱਚ ਕਾਫੀ ਜ਼ਿਆਦਾ ਪੁਆਇੰਟ ਮੈਨੂੰ ਯਾਦ ਰਹਿ ਗਏ ਆ। ਤੁਸੀਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਲੈ ਸਕਦੇ ਹੋ। ਠੀਕ ਹੈ, ਤੁਸੀਂ ਪ੍ਰੋਜੈਕਟਰ ਯੂਜ਼ ਕਰ ਸਕਦੇ ਹੋ। ਠੀਕ ਹੈ, ਤੁਸੀਂ ਟੈਕਨੋਲੋਜੀ ਦੇ ਕੰਪਿਊਟਰ ਯੂਜ਼ ਕਰ ਸਕਦੇ ਹੋ, ਕੁਝ ਵੀ ਯੂਜ਼ ਕਰ ਸਕਦੇ ਹੋ। ਬਸ ਤੁਹਾਨੂੰ ਇਹ ਚੀਜ਼ ਹੈ, ਤੁਹਾਨੂੰ ਨਾ ਇਹ ਸਮਝਾਉਣਾ ਵਾ ਕਿ ਜਿਹੜਾ ਅਰਥਮੈਟਿਕ ਆਪਾਂ ਚੈਪਟਰ ਪੜ੍ਹਾਉਂਦੇ ਹਾਂ ਇਹ ਇਵੇਂ ਇਹਦੇ ਕੁਐਸਚਨਾਂ ਨੂੰ ਇਵੇਂ ਡੀਲ ਕਰਨਾ ਵਾ, ਆਪਾਂ ਇਵੇਂ ਓਬਜ਼ਰਵ ਕਰਨਾ। ਠੀਕ ਹੈ, ਇਹ ਸਾਡਾ ਹੋ ਗਿਆ। ਠੀਕ ਹੈ, ਹੁਣ ਥਰਡ ਪੁਆਇੰਟ ਕਹਿੰਦਾ ਵਾ ਐਨਾਲਾਈਜ਼ ਐਂਡ ਡਿਸਕਸ਼ਨ ਔਨ ਡੈਮੋਨਸਟ੍ਰੇਸ਼ਨ। ਜੋ ਤੁਸੀਂ ਡੈਮੋਨਸਟ੍ਰੇਸ਼ਨ ਕਰਤੀ ਨਾ ਉਹਨੂੰ ਐਨਾਲਾਈਜ਼ ਕਰਨਾ ਵਾ। ਠੀਕ ਹੈ, ਆਫਟਰ ਵਾਚਿੰਗ ਡੈਮੋਨਸਟ੍ਰੇਸ਼ਨ, ਵਾਚਿੰਗ ਮਤਲਬ ਕਿ ਇਨ ਦਾ ਸੈਂਸ ਟੀਚਰ ਨੇ ਪੜ੍ਹਾਤਾ, ਵਾਚਿੰਗ ਕਰ ਲਿਆ, ਜਾਂ ਫਿਰ ਕੰਪਿਊਟਰ ਬੇਸ ਕੋਈ ਵੀ ਟੈਕਨੋਲੋਜੀ ਬੇਸ, ਆਫਟਰ ਵਾਚਿੰਗ ਦਾ ਡੈਮੋਨਸਟ੍ਰੇਸ਼ਨ ਆਫ ਸਕਿੱਲ ਸਟੂਡੈਂਟ ਟੀਚਰ ਐਨਾਲਾਈਜ਼ ਐਂਡ ਡਿਸਕਸ ਇਟ। ਸਟੂਡੈਂਟ ਟੀਚਰ ਦੋਵੇਂ ਮਿਲ ਕੇ ਇਹਨੂੰ ਐਨਾਲਾਈਜ਼ ਕਰਾਂਗੇ, ਇਹਨੂੰ ਡਿਸਕਸ ਕਰਾਂਗੇ, ਬੱਚੇ ਨੂੰ ਕਿੱਥੇ ਪ੍ਰੋਬਲਮ ਆਈ, ਬੱਚੇ ਨੂੰ ਕਿੱਥੇ ਪ੍ਰੋਬਲਮ ਨਹੀਂ ਆਈ, ਕਿਹੜਾ ਸੌਖਾ ਫਾਰਮੂਲਾ ਸੀ, SN ਦਾ ਫਾਰਮੂਲਾ ਕਿਉਂ ਲਰਨ ਨਹੀਂ ਹੁੰਦਾ, ਬਸ ਉਹੀ ਚੀਜ਼ ਕਰਨੀ। ਬਸ ਪਹਿਲਾ ਜਿਹੜਾ ਪਾਰਟ ਹੈ ਨਾ ਜੋ ਆਪਾਂ ਅਰਥਮੈਟਿਕ ਚੈਪਟਰ ਲਿਆ ਉਸ ਹਿਸਾਬ ਨਾਲ ਕਰ ਲਿਆ ਕਿ ਨੌਲੇਜ ਐਕਸੈਸ਼ਨ ਕਰਵਾਤੀ। ਪਹਿਲੇ 'ਚ ਆਪਾਂ ਉਹਦੇ ਵਾਸਤੇ ਥਿਓਰੀਟੀਕਲ ਨੌਲੇਜ ਲਈ, ਮੈਂ ਅੱਖ ਬੰਦ ਕਰਕੇ ਬੋਲਣ ਡਿਆ। ਦੂਜੇ ਵਿੱਚ ਆਪਾਂ ਜਾ ਕੇ ਉਹਨੂੰ ਓਬਜ਼ਰਵ ਕੀਤਾ, ਮਤਲਬ ਕਿ ਬੱਚੇ ਦੇ ਸਾਹਮਣੇ ਆਪਾਂ ਐਜ਼ ਅ ਟੀਚਰ ਪਰਫਾਰਮ ਕਰਨਾ ਵਾ, ਟੈਕਨੋਲੋਜੀ ਯੂਜ਼ ਹੋ ਸਕਦੀ ਹੈ। ਥਰਡ ਵਿੱਚ ਕੀ ਹੋ ਸਕਦਾ, ਉਹਨੂੰ ਐਨਾਲਾਈਜ਼ ਕਰਨਾ। ਠੀਕ ਹੈ, ਅੱਖ ਬੰਦ ਕਰਕੇ ਬੋਲਿਆ ਇਨ ਦਾ ਸੈਂਸ ਮੈਨੂੰ ਯਾਦ ਹੋ ਗਿਆ, ਤੁਸੀਂ ਵੀ ਇਵੇਂ ਕਰਿਓ। ਠੀਕ ਹੈ, ਥਰਡ ਪਾਰਟ ਕਹਿੰਦਾ ਵਾ ਟੀਚਿੰਗ ਸਕਿੱਲ ਐਕੁਜੀਸ਼ਨ ਫੇਜ਼। ਠੀਕ ਹੈ, ਇਹਦੇ ਵਿੱਚ ਭਲਾ ਕਰਨਾ ਵਾ ਹੁਣ ਨਾ ਜਿਹੜਾ ਹੈਗਾ ਨਾ ਪਹਿਲੇ ਵਿੱਚ ਪ੍ਰੀਪਰੇਸ਼ਨ ਆਫ ਮਾਈਕਰੋਲਾਈਜੇਸ਼ਨ ਕਰਨਾ ਵਾ। ਠੀਕ ਹੈ, ਹੁਣ ਜਿਹੜਾ ਆਪਾਂ ਪੜ੍ਹਾਉਣ ਲੱਗੇ ਹਾਂ, ਠੀਕ ਹੈ, ਉਹਦਾ ਐਕੁਜੀਸ਼ਨ ਫੇਜ਼ ਹੋਣਾ ਵਾ। ਕਹਿੰਦੇ ਪਏ ਇਹਦੇ ਵਿੱਚ ਪਹਿਲਾਂ ਨਾ ਆਪਾਂ ਪ੍ਰੀਪਰੇਸ਼ਨ ਆਫ ਮਾਈਕਰੋਲਾਈਜੇਸ਼ਨ ਕਰਨਾ, ਜਿਵੇਂ ਕਿ ਆਪਾਂ ਵੇਖਣਾ ਵਾ ਕਿ ਬੱਚੇ ਨੂੰ ਕੀ ਪੜ੍ਹਨ ਦਿਆ ਵਾ, ਜਿਵੇਂ ਕਿ ਅਰਥਮੈਟਿਕ ਪੜ੍ਹਾਤਾ ਵਾ। ਠੀਕ ਹੈ,
ਅਰਥਮੈਟਿਕ ਪਰ ਕਾਫੀ ਆਸਾਨ ਚੈਪਟਰ ਹੁਣ ਆਪਾਂ ਇਹ ਦੇਖਣਾ ਕਿਹੜਾ ਸਾਡਾ ਚੈਪਟਰ ਆਸਾਨ ਹੈਗਾ ਕਿ ਨਹੀਂ ਹੈਗਾ, ਕੋਈ ਔਖਾ ਚੈਪਟਰ ਹੈਗਾ ਨਾ ਉਹਦੇ ਵਾਸਤੇ ਪ੍ਰਿਪਰੇਸ਼ਨ ਕਰਨਾ, ਮਤਲਬ ਕਿ ਕਿਹੜੀ ਚੀਜ਼ ਪੜ੍ਹਾਉਣੀ ਹੈ ਬੱਚਿਆਂ ਨੂੰ, ਕਿਹੜੀ ਚੀਜ਼ ਨਹੀਂ ਪੜ੍ਹਾਉਣੀ, ਉਹਦੇ ਵਾਸਤੇ ਪ੍ਰਿਪਰੇਸ਼ਨ ਕਰਨਾ, ਠੀਕ ਹੈ, ਪ੍ਰੈਕਟਿਸ ਕਰਨੀ, ਠੀਕ ਹੈ, ਫਿਰ ਇਹਨਾਂ ਨੂੰ ਸਾਹਮਣੇ ਜਾ ਕੇ ਪ੍ਰੈਕਟਿਸ ਕਰਨੀ, ਜਿਸ ਨੂੰ ਜਾ ਕੇ ਥੋੜਾ ਉਹ ਐਲੈਬੋਰੇਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂਕਿ ਮੈਂ ਹਰ ਇੱਕ ਚੀਜ਼ ਤੁਹਾਨੂੰ ਔਖੀ ਲੈ ਕੇ ਆ ਸੌਖੀ ਲੈ ਕੇ ਰੱਖ ਸਕਦਾ ਵਾਂ, ਪਰ ਇੱਕ ਟੂ ਲਾਈਨ ਨਹੀਂ ਲੈ ਕੇ ਆਉਂਗਾ। ਜਸਟ ਵੇਟ ਅ ਮਿੰਟ। ਸੌਰੀ, ਸਵਿਚ ਔਨ ਕਰਨਾ ਭੁੱਲ ਗਿਆ ਸੀ, ਠੀਕ ਹੈ ਜੀ। ਤੇ ਇਹਦੇ ਵਿੱਚ ਪ੍ਰੈਕਟਿਸ ਥਿਊਰੀ ਸਕਿੱਲ ਕਰਨੀ ਹੈ, ਟੀਚਿੰਗ ਸਕਿੱਲ ਆਪਣੀ ਪ੍ਰੈਕਟਿਸ ਕਰਨੀ ਹੈ ਬੱਚੇ ਸਾਹਮਣੇ, ਫਿਰ ਟੀਚਰ ਟਾਈਮ ਹੈਗਾ ਨਾ ਉਹਨਾਂ ਨੂੰ ਫੀਡਬੈਕ ਦੇਣਾ, ਐਵੈਲੂਏਟ ਕਰਾਉਣਾ, ਸੇਮ ਪ੍ਰੋਸੈਸ ਪਿਛਲੇ ਵਰਗਾ ਹੀ ਹੈ, ਠੀਕ ਹੈ। ਇਹਦੇ ਵਿੱਚ ਐਨਾਲਾਈਜ਼ ਕਰਨਾ ਸੀ, ਉਹਦੇ ਐਵੈਲੂਏਟ ਕਰਨਾ, ਆਬਜ਼ਰਵ ਕਰਨਾ ਵਾ, ਪ੍ਰੈਕਟਿਸ ਕਰਨਾ ਵਾ, ਉਹਦੇ ਵਿੱਚ ਐਕੁਜੀਸ਼ਨ ਕਰਨਾ ਵਾ, ਸੇਮ ਇੱਕੋ ਜਿਹੀ ਚੀਜ਼ ਆ, ਅਲੱਗ ਨਹੀਂ ਹੈਗੀ, ਠੀਕ ਹੈ, ਬਹੁਤ ਇੱਕੋ ਜਿਹੀ ਚੀਜ਼ ਹੈ। ਕਹਿੰਦੇ ਆਫਟਰ ਦਾ ਪ੍ਰੈਕਟਿਸ ਦ ਸਟੂਡੈਂਟ ਟੀਚਰ ਇਜ਼ ਗਿਵਨ ਫੀਡਬੈਕ, ਪ੍ਰੈਕਟਿਸ ਤੋਂ ਬਾਅਦ ਜਿਹੜਾ ਸਟੂਡੈਂਟ ਟੀਚਰ ਹੈ ਨਾ ਫੀਡਬੈਕ ਮਿਲੇਗਾ, ਠੀਕ ਹੈ। This evaluation, sorry, which आवाज आ रही है, this evaluation provide basic to next cycle of MT on the basis of MT and micro teaching on the basis of feedback given. The student teacher repeat the second phase. ਕਹਿੰਦੇ ਪਿਆ ਜਦੋਂ ਤੱਕ ਇਹ ਪ੍ਰੋਸੈਸ ਬਿਲਕੁਲ ਬੇਸਿਕ ਚੀਜ਼ ਨਹੀਂ ਮੀਟ ਕਰ ਜਾਂਦਾ ਨਾ, ਜਿਹੜੀ ਚੀਜ਼ਾਂ ਨੂੰ ਚਾਹੀਦੀ ਹੈ ਉਹ ਚੀਜ਼ ਨਹੀਂ ਮੀਟ ਕਰ ਸਕਦਾ ਨਾ, ਉਦੋਂ ਤੱਕ ਆ ਜਿਹੜਾ ਫੁੱਲ ਪ੍ਰੋਸੈਸ ਨਾ ਮਾਈਕਰੋ ਟੀਚਿੰਗ ਦਾ ਚੱਲਦਾ ਰਹੇਗਾ, ਚੇਂਜ ਨਹੀਂ ਹੋਏਗਾ, ਠੀਕ ਹੈ। ਲਿਖਦੇ ਪਿਆ he or she the teacher can replan, reteach, reevaluate again and again until the desired mastery of skill is achieved। ਕਹਿੰਦਾ ਬੱਚੇ ਨੂੰ ਜਦੋਂ ਤੱਕ ਡਿਜ਼ਾਇਰ ਮਾਸਟਰੀ ਨਹੀਂ ਨਾ ਅਚੀਵ ਹੋਏਗੀ, ਆ ਜਿਹੜਾ ਪਲਾਨ ਆ ਨਾ, ਇਹ ਜਿਹੜੀ ਚੀਜ਼ ਆ ਇਹ ਕੰਟੀਨਿਊ ਪ੍ਰੋਸੈਸ ਵਿੱਚ ਰਹੇਗੀ। ਮੈਂ ਤੁਹਾਨੂੰ ਦੁਬਾਰਾ ਪੜ੍ਹ ਕੇ ਦਿਖਾਉਂਦਾ, ਪਿੱਛੇ ਆਵਾਜ਼ ਕਰਕੇ ਨਹੀਂ ਪੜ੍ਹ ਪਿਆ, ਕਹਿੰਦੇ ਪਏ ਆ ਪ੍ਰੈਕਟਿਸ ਹੋ ਜਾਏਗੀ ਨਾ ਤੇ ਸਟੂਡੈਂਟ ਨੂੰ ਨਾ ਫੀਡਬੈਕ ਮਿਲਦਾ ਹੈਗਾ। ਹੁਣ ਆਹ ਚੀਜ਼ਾਂ ਨੂੰ ਨਾ ਤੁਸੀਂ ਯਾਦ ਹੈ ਤੇ ਦੋਵੇਂ ਚੀਜ਼ਾਂ ਅਲੱਗ ਆ, ਆਹ ਚੀਜ਼ਾਂ ਨੂੰ ਯਾਦ ਕਰਨਾ, ਜਿਹੜਾ ਪਿਛਲਾ ਚੀਜ਼ ਹੈ ਨਾ ਇਹਦੇ ਵਿੱਚ ਆਪਾਂ ਨੌਲੇਜ ਐਕਵਾਇਰ ਕਰਦੇ ਸੀ, ਮਤਲਬ ਪ੍ਰਿਪਰੇਸ਼ਨ ਕਰਦੇ ਸੀ, ਪਿਛਲਾ ਵਾਲਾ ਬੋਲਣ ਆ, ਦੂਜਾ ਕੀ ਸੀ ਓਬਜ਼ਰਵ ਕਰਦੇ ਸੀ, ਪ੍ਰੈਕਟਿਸ ਕਰਦੇ ਸੀ, ਠੀਕ ਹੈ। ਓਬਜ਼ਰਵ ਕਰੋਗੇ, ਬੱਚਿਆਂ ਨੂੰ ਓਬਜ਼ਰਵ ਕਰਾਓਗੇ, ਟੀਚਰ ਪ੍ਰੈਕਟਿਸ ਕਰੋਗੇ, ਠੀਕ ਹੈ। ਤੀਜਾ ਹੈਗਾ ਫੀਡਬੈਕ ਤੇ ਇਵੈਲੂਏਸ਼ਨ, ਉਹਦੇ ਵਿੱਚ ਆਪਾਂ ਕੀ ਕਰਦੇ ਸੀ ਐਨਾਲਾਈਜ਼ ਕਰਦੇ, ਮਤਲਬ ਇਹਨਾਂ ਤਿੰਨਾਂ ਪੁਆਇੰਟਾਂ ਨੂੰ ਪਿਛਲੇ 3 ਪੁਆਇੰਟਾਂ ਨਾਲ ਯਾਦ ਕਰਕੇ ਰਮਾਨ ਨਾਲ ਲਿਖ ਸਕਦੇ, ਤੇ ਉਸ ਤੋਂ ਬਾਅਦ ਤੁਹਾਡਾ ਖਤਮ ਹੋ ਜਾਣਾ ਵਾ। ਤੁਹਾਨੂੰ ਇਹ ਚੀਜ਼ ਦੱਸਣੀ ਹੈ ਕਿ ਆਹ ਪ੍ਰੋਸੈਸ ਉਦੋਂ ਤੱਕ ਸਾਈਕਲ ਜਿਹੜੀ ਹੈਗੀ ਉਦੋਂ ਤੱਕ ਚੱਲਦੀ ਰਹੇਗੀ, ਠੀਕ ਹੈ, ਜਦੋਂ ਤੱਕ ਫੀਡਬੈਕ ਵਧੀਆ ਨਹੀਂ ਆ ਜਾਂਦਾ। ਫੀਡਬੈਕ ਇਨ ਦਾ ਸੈਂਸ ਕਿ ਬੱਚੇ ਦਾ ਰਿਜ਼ਲਟ ਵਧੀਆ ਨਹੀਂ ਆ ਜਾਂਦਾ, ਠੀਕ ਹੈ। the student teacher repeat the second phase, ਜੇ ਫੀਡਬੈਕ ਨਹੀਂ ਆਉਂਦਾ ਸੈਕੰਡ ਫੇਜ਼ ਦੁਬਾਰਾ ਰਿਪੀਟ ਕਰਨਾ ਵਾ, ਰੀਪਲਾਨ, ਰੀਟੀਚ, ਰੀਵੈਲੂਏਟ ਕਰ ਸਕਦੇ ਅੱਗੇ ਡਿਜ਼ਾਇਰ ਮਾਸਟਰੀ ਸਾਡੇ ਕੋਲ ਨਹੀਂ ਹੋ ਜਾਏ। ਤੇ ਇਹਦੇ ਵਾਸਤੇ ਕਿਹੜਾ ਪਲਾਨ ਹੈ, ਰੀਪਲਾਨ ਕਰਨਾ ਪੈਣਾ ਵਾ, ਠੀਕ ਹੈ, ਸੇਮ ਚੀਜ਼, ਠੀਕ ਹੈ, ਰੀਟੀਚ ਕਰਨਾ ਪੈਣਾ, ਸੇਮ ਚੀਜ਼, ਠੀਕ ਹੈ, ਅੱਗੇ ਰੀਲਾਤਾ ਰੀਐਵੈਲੂਏਟ ਕਰਨਾ ਪੈਣਾ, ਠੀਕ ਹੈ। ਤੁਸੀਂ ਦੋਵਾਂ ਪਲਾਨਾਂ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ, ਠੀਕ ਹੈ, ਰੀਐਵੈਲੂਏਟ ਕਰਨਾ। ਫਿਰ ਲਾਸਟ ਸਾਡਾ ਹੋ ਜਾਂਦਾ ਟ੍ਰਾਂਸਫਰ ਪਲਾਨ ਫੇਜ਼। ਟ੍ਰਾਂਸਫਰ ਫੇਜ਼ 'ਚ ਕੀ ਹੁੰਦਾ, ਜਦੋਂ ਤੁਹਾਡੇ ਬੱਚੇ ਜਿਹੜੇ ਤੁਹਾਡੇ ਰਿਮੀਡੀਅਲ ਕਲਾਸ ਵਾਲੇ ਬੱਚੇ ਆ 10 ਬੱਚੇ, ਬਾਕੀ 40-30 ਬੱਚਿਆਂ ਨਾਲ ਕੰਪਲੀਟ ਕਰਨ ਦੇ ਇੱਕੋ ਜਿਹੇ ਹੋਏ, ਉਹਨਾਂ ਨੂੰ ਟ੍ਰਾਂਸਫਰ ਕਰ ਦਿਓ ਨਾਰਮਲ ਕਲਾਸ 'ਤੇ, ਠੀਕ ਹੈ। ਦਿਸ ਫੇਜ਼ ਕਮ ਆਫਟਰ ਦਾ ਮਾਸਟਰੀ ਆਫ ਸਕਿੱਲ, ਮਤਲਬ ਕਿ ਮਾਸਟਰੀ, ਉਹਨਾਂ ਨੂੰ ਅਰਥਮੈਟਿਕ ਜਿਹੜਾ ਪ੍ਰੋਸੈਸ ਹੈ ਬਿਲਕੁਲ ਸਮਝ ਆ ਗਿਆ, ਉਹਨਾਂ ਨੂੰ ਕਿਤੇ ਦਿੱਕਤ ਹੀ ਨਹੀਂ ਆਈ, ਠੀਕ ਹੈ, ਮਾਸਟਰੀ ਹੋ ਗਈ, ਠੀਕ ਹੈ। the student teacher are given on the opportunity to use skill in normal class, ਮਤਲਬ ਜਿਹੜੀ ਸਟੂਡੈਂਟ ਟੀਚਰ ਪ੍ਰੋਸੈਸ ਹੈਗਾ ਨਾ, ਇਹਨਾਂ ਨੂੰ ਓਪਰਚੁਨਿਟੀ ਮਿਲ ਜਾਂਦੀ ਹੈ ਨੈਕਸਟ ਕਲਾਸ ਵਾਸਤੇ ਜਾਂ ਨਾਰਮਲ ਕਲਾਸ ਵਾਸਤੇ ਉਹ ਚੀਜ਼ ਨੂੰ ਪੜ੍ਹਨ ਵਾਸਤੇ, ਠੀਕ ਹੈ। ਆਹ ਮੈਂ ਤੁਹਾਡੇ ਵਾਸਤੇ ਇੱਕ ਡਾਇਗਰਾਮ ਲੈ ਕੇ ਆਇਆ, ਬੁੱਕ 'ਚ ਕਾਫੀ ਜ਼ਿਆਦਾ ਵੱਡੀ ਸੀ, ਠੀਕ ਹੈ, ਜਿਹੜੀ ਆਪਾਂ ਪਹਿਲੇ ਵਿੱਚ ਆਪਾਂ ਕਰਦੇ ਹਾਂ। ਪਹਿਲਾ ਸਾਡਾ ਹੈਗਾ ਨੌਲੇਜ ਅਸੈਸ਼ਨ ਫੇਜ਼, ਠੀਕ ਹੈ। ਇਹਦੇ ਵਿੱਚ ਆਪਾਂ ਕਰਦੇ, ਪਹਿਲਾਂ ਆਪਾਂ ਜਿਹੜੀ ਕਰਦੇ ਆਪਾਂ ਨੌਲੇਜ ਗੇਨ ਕਰਦੇ ਸੀ, ਬੀ ਵਿੱਚ ਓਬਜ਼ਰਵ ਕਰਦੇ ਸੀ, ਸੀ ਵਿੱਚ ਐਨਾਲਾਈਜ਼ ਕਰਦੇ ਸੀ। ਫਿਰ ਦੁਬਾਰਾ ਸਾਡਾ ਸੈਕਿੰਡ ਫੇਜ਼ ਸਟਾਰਟ ਹੋ ਜਾਂਦਾ ਹੈ, ਠੀਕ ਹੈ। ਸੈਕਿੰਡ ਫੇਜ਼ ਆਹ ਵਾਲਾ ਜਿਸ ਵੇਟ ਆ ਮੈਨੂੰ ਟੀਚਿੰਗ ਸਕਿੱਲ ਐਕੁਜੀਸ਼ਨ ਪ੍ਰੋਸੈਸ, ਠੀਕ ਹੈ। ਟੀਚਿੰਗ ਪਹਿਲਾਂ ਨੌਲੇਜ ਵਾਲਾ ਨੌਲੇਜ ਐਕੁਜੀਸ਼ਨ ਪ੍ਰੋਸੈਸ ਆ, ਦੂਸਰੇ ਵਿੱਚ ਟੀਚਿੰਗ ਸਕਿੱਲ ਹੈ, ਠੀਕ ਹੈ। ਅਸੈਸ਼ਨ ਤੇ ਐਕੁਜੀਸ਼ਨ ਇੱਕ ਚੀਜ਼ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਪਹਿਲੇ ਵਿੱਚ ਆਪਾਂ ਪ੍ਰੀਪਰੇਸ਼ਨ ਕਰਦੇ ਸੀ, ਫਿਰ ਰੀਟੀਚ ਕਰਦੇ, ਫਿਰ ਇਵੈਲੂਏਟ ਕਰਦੇ ਸੀ, ਠੀਕ ਹੈ। ਫਿਰ ਸਾਡਾ ਇੱਥੇ ਕੀ ਹੁੰਦਾ, ਜੇ ਨਹੀਂ ਸਾਨੂੰ ਆਹ ਚੀਜ਼ ਹੁੰਦੀ ਸੀ, ਆਪਾਂ ਦੇਖੋ ਇੰਨੀ ਚੀਜ਼ ਯਾਦ ਰੱਖੋ, ਜਿਹੜੀ ਸਾਈਕਲ ਆ ਨਾ ਉਹ ਸਿਰਫ ਸੈਕਿੰਡ ਫੇਜ਼ ਤੇ ਦੁਬਾਰਾ ਘੁੰਮੇਗੀ। ਜਿਹੜਾ ਆਹ ਪ੍ਰੋਸੈਸ ਨਾ ਪਹਿਲੇ ਵਾਲਾ ਪ੍ਰੋਸੈਸ ਆ, ਜਿਹੜਾ ਆਹ ਵਾਲਾ ਜਿਵੇਂ ਕੁਐਸਚਨ ਵਿੱਚ ਪੁੱਛ ਲਿਆ ਜਾਏ, MCQ ਤਾਂ ਤੁਹਾਨੂੰ ਆਉਂਦੇ ਨਹੀਂ, ਪਰ ਹਾਂ ਸੀਟੈਟ ਵਗੈਰਾ ਵਾਸਤੇ ਜਾਂ PSTET ਵਾਸਤੇ ਜਿਹੜਾ ਆਹ ਪਹਿਲਾ ਪ੍ਰੋਸੈਸ ਹੈ ਨਾ, ਜਿਹਦੇ ਵਿੱਚ ਆਪਾਂ ਨੌਲੇਜ ਲੈਣੇ ਆ ਤੇ ਬੱਚੇ ਨੂੰ ਨੌਲੇਜ ਦੇਣੇ ਆ, ਟੀਚਿੰਗ ਓਬਜ਼ਰਵ ਕਰਨੇ ਆ, ਠੀਕ ਹੈ, ਐਨਾਲਾਈਜ਼ ਕਰਨੇ, ਇਹ ਸਾਡਾ ਪ੍ਰੋਸੈਸ ਬਾਰ-ਬਾਰ ਨਹੀਂ ਰਿਪੀਟ ਹੋਏਗਾ। ਸਾਡਾ ਪ੍ਰੋਸੈਸ ਸਿਰਫ ਸੈਕਿੰਡ ਵਾਲਾ ਰਿਪੀਟ ਹੋਏਗਾ, ਠੀਕ ਹੈ। ਕਿਹੜੇ ਵਾਲਾ, ਟੀਚਿੰਗ ਸਕਿੱਲ ਐਕੁਜੀਸ਼ਨ, ਕਿਉਂਕਿ ਬੱਚਿਆਂ ਸਾਹਮਣੇ ਆਪਾਂ ਆਹ ਰਿਪਰੈਜ਼ੈਂਟ ਕਰਾਂਗੇ ਆ, ਆਹ ਚੀਜ਼ ਪੜ੍ਹਾਉਂਦੇ ਆ। ਇਹਦੇ ਵਿੱਚ ਕੀ ਕਰਾਂਗੇ ਆਪਾਂ, ਉਹੀ RRR ਵਾਲੇ ਪ੍ਰਿੰਸੀਪਲ, ਠੀਕ ਆ, ਰੀਪਲਾਨ, ਰੀਟੀਚ ਤੇ ਰੀਐਵੈਲੂਏਟ ਤਿੰਨੇ ਚੀਜ਼ਾਂ ਕਰਾਂਗੇ। ਤੇ ਟ੍ਰਾਂਸਫਰ ਫੇਜ਼ ਥੋੜਾ ਮੈਂ ਜਲਦੀ ਲਿਖਿਆ, ਟ੍ਰਾਂਸਫਰ ਫੇਜ਼ ਕੰਪਲੀਟ ਕਰ ਹੋ ਜਾਏਗਾ, ਠੀਕ ਹੈ। ਇਹ ਸਾਡਾ ਹੋ ਗਿਆ ਬਟ ਕਿਹਦਾ ਮਾਈਕਰੋ ਟੀਚਿੰਗ ਦਾ ਪੂਰਾ ਪ੍ਰੋਸੈਸ, ਠੀਕ ਹੈ। ਮੈਂ ਹੋਪ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਏਗਾ, ਤੁਹਾਨੂੰ ਯਾਦ ਕਰਨ ਦਾ ਤਰੀਕਾ ਬਣਾਤਾ ਮੈਂ ਤੁਹਾਨੂੰ ਕਿ ਪਹਿਲੀ ਚੀਜ਼ ਯਾਦ ਕਰ ਲਓ, ਉਸ ਤੋਂ ਬਾਅਦ ਹੀ ਆਪਾਂ ਜਿਹੜੇ ਦੂਜੇ ਪੁਆਇੰਟ ਹੈਗੇ ਉਹਨਾਂ ਨੂੰ ਪੜ੍ਹ ਸਕਦੇ ਹਾਂ, ਠੀਕ ਹੈ। ਕਿਉਂਕਿ ਜਦੋਂ ਤੁਸੀਂ ਆਹ ਚੀਜ਼ਾਂ ਯਾਦ ਕਰ ਲਓਗੇ, ਨੌਲੇਜ ਐਕੁਜੀਸ਼ਨ ਪ੍ਰੋਸੈਸ ਰਮਾਨ ਨਾਲ ਯਾਦ ਹੋ ਜਾਣਾ, ਠੀਕ ਹੈ। ਪਹਿਲੇ ਵਿੱਚ ਆਪਾਂ ਨੌਲੇਜ ਲੈਂਦੇ ਹਾਂ, ਠੀਕ ਹੈ, ਦੂਜੇ ਓਬਜ਼ਰਵ ਕਰਦੇ, ਐਨਾਲਾਈਜ਼ ਕਰਦੇ ਹਾਂ, ਤੇ ਮੈਂ ਕੰਪੇਅਰ ਬਾਰ-ਬਾਰ ਇਸ ਕਰਕੇ ਕਰਨੇ ਆ, ਤੁਸੀਂ ਇਹਨਾਂ ਤਿੰਨਾਂ ਨੂੰ ਕੰਪੇਅਰ ਦੇ ਥਰੂ ਕਰ ਸਕਦੇ ਹੋ, ਠੀਕ ਹੈ। ਤੇ ਥੈਂਕ ਯੂ ਵੈਰੀ ਮਚ ਜੁੜਨ ਵਾਸਤੇ। ਤੇ ਜਿਹੜੇ ਬੱਚੇ ਹਜੇ ਤੱਕ ਟੈਲੀਗ੍ਰਾਮ ਤੇ ਨਹੀਂ ਜੁੜੇ ਹੋਏ ਜੁੜਨ, ਤੇ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਥੈਂਕ ਯੂ ਵੈਰੀ ਮਚ।